जी 1-2 स्टूडेंट फिर ज़्यादा ठीक रहूगा है ना। चलो अज आप करते हैं सिलैक्ट स्टेटमेंट। ठीक है, जो बेसिकली अपनी डाटाबेस का सब तो मेन पार्ट है, जिस दे विच आपां सिलैक्शन वगैरह डाटा ਨੂੰ सिलैक्ट किवें करना, क्योंकि जो हले तक आपां क्वेश्चंस कीते है ਜਾਂ हले तक आपां लैक्चर कीते उस आपां टेबल क्रिएट किया है, उस ते रूल्स लगाए है, कॉन्सटेंट्स लगाए है, उस डेटा इंसर्ट किया। हुण डेटा ਨੂੰ फैच करन दी वारी है। फैच का मतलब हुंदा सर्च करना, उन्हां ਨੂੰ देखना, डाटा ਨੂੰ बाहर कड्ढना। ठीक है ना, जो डेटाबेस का मेन काम है। हुण जिहड़ी सब तो बेसिक कमांड है अपनी वो हैगी है सिलैक्ट स्टार फ्रॉम टैब। टैब सिलैक्ट स्टार फ्रॉम टैब कमांड की करती है, इस दे नाल साडे सारे टेबल व्यू हो जाते हैं भी साडे डाटाबेस च किन्ने टेबल असीं बनाए हुए हैं। ठीक है ना, हुण इत्थे आपां जिवें एक टाइम ते किन्ने नज़र आ रहे हैं, मैनूं 10 रोज़ ही नज़र आ रही हैं। इत्थों मैं वधा भी सकदा। ठीक है ना, जिन्नियां मर्जी कर लो। ਜਦੋਂ ਆਪਾਂ ਨੈਕਸਟ ਟਾਈਮ ਰਨ ਕਰਾਂਗੇ ਤਾਂ ਉਨੀਆਂ ਆਪਾਂ ਨੂੰ ਇੱਥੇ ਰੋਜ਼ ਨਜ਼ਰ ਆਉਣਗੀਆਂ। ਠੀਕ ਹੈ, ਲਾਈਕ ਆਪਾਂ ਕੁਝ ਬਣਾਏ ਹੋਏ ਹੈ ਸਿਲੈਕਟ ਸਟਾਰ ਫਰੋਮ ਸਟੂਡੈਂਟ। ਜਿਵੇਂ ਜਿਹੜੀ ਸਿਲੈਕਟ ਕਿਊਰੀ ਹੈ, ਸਟਾਰ ਦਾ ਮਤਲਬ ਹੈ ਸਾਰੇ ਕਾਲਮ। ਸਟਾਰ ਦਾ ਮਤਲਬ ਕੀ ਹੈ ਇੱਥੇ? ਸਟਾਰ ਮਤਲਬ ਆਲ ਕਾਲਮਸ। ਕਲੀਅਰ ਹੈ ਨਾ। ਹੁਣ ਆਪਾਂ ਇਸ ਨੂੰ ਰਨ ਕਰਦੇ ਹਾਂ। ਇਹਦੇ ਨਾਲ ਹੋਊਗਾ ਕਿ ਸਿਲੈਕਟ ਸਟਾਰ, ਸਟਾਰ ਮਤਲਬ ਆਲ ਕਾਲਮਸ, ਫਰੋਮ ਟੇਬਲ ਨੇਮ। ਟੇਬਲ ਦਾ ਨਾਮ ਆਪਾਂ ਕਿਹੜਾ ਚੂਜ਼ ਕੀਤਾ? ਸਟੂਡੈਂਟ CSM। ਜਦੋਂ ਇਸ ਨੂੰ ਰਨ ਕਰਾਂਗੇ, ਆਪਣਾ ਟੇਬਲ ਦਾ ਨਾਮ ਇੱਕ ਵਾਰ ਦੁਬਾਰਾ ਚੈੱਕ ਕਰ ਲਈਏ, ਸਿਲੈਕਟ ਸਟਾਰ ਫਰੋਮ ਟੈਬ ਕਰਕੇ। ਸਟੂਡੈਂਟ CSM ਸਿਲੈਕਟ ਸਟਾਰ ਫਰੋਮ ਸਟੂਡੈਂਟ CSM। ਜਦੋਂ ਆਪਾਂ ਸਿਲੈਕਟ ਸਟਾਰ ਫਰੋਮ ਸਟੂਡੈਂਟ ਕੀਤੀ, ਕਿਊਰੀ ਲਗਾਈ, ਤਾਂ ਉਸ ਦੇ ਨਾਲ ਕੀ ਆਊਗਾ ਵੀ ਉਸ ਟੇਬਲ ਦੇ ਵਿੱਚ, ਸਟੂਡੈਂਟ ਟੇਬਲ ਦੇ ਵਿੱਚ ਕਿਹੜੇ ਕਿਹੜੇ ਆਪਣੇ ਰਿਕਾਰਡਸ ਹੈ, ਸਾਰੇ ਰਿਕਾਰਡਸ। ਠੀਕ ਹੈ ਨਾ, ਰੋਲ ਨੰਬਰ, ਐਸ ਨੇਮ, ਕਲਾਸ, ਸਿਟੀ, ਫਾਦਰ ਨੇਮ, ਏਜ। ਦੈਨ ਅਗਰ ਆਪਾਂ ਨੂੰ ਕੁਝ ਸਿਲੈਕਟਿਡ ਕਾਲਮ ਹੀ ਚਾਹੀਦੇ ਹੈ ਤਾਂ ਆਪਾਂ ਸਟਾਰ ਦੀ ਜਗ੍ਹਾ ਕੇਵਲ ਉਹ ਕਾਲਮ ਦਾ ਨਾਮ ਲਿਖਾਂਗੇ, ਲਾਈਕ ਰੋਲ ਨੰਬਰ, ਕੌਮਾ, ਸਟੂਡੈਂਟ ਨੇਮ, ਕੌਮਾ, ਏਜ। ਇਹਦੇ ਨਾਲ ਕਿੰਨੀਆਂ ਰੋਜ਼ ਆਣਗੀਆਂ? ਕੇਵਲ 3 ਰੋਜ਼ ਹੀ ਆਣਗੀਆਂ। ਕਿਹੜੀ? 3 ਕਾਲਮਸ ਹੀ ਆਣਗੇ। ਕਿਹੜੇ ਕਿਹੜੇ? ਰੋਲ ਨੰਬਰ, ਨੇਮ ਤੇ ਏਜ। ਇਸ ਨੂੰ ਆਪਾਂ ਰਨ ਕਰਦੇ ਹਾਂ। ਠੀਕ ਹੈ, ਟੇਬਲ ਉਹੀ ਹੈ ਸਟੂਡੈਂਟ CSM। ਉਸ 'ਚੋਂ ਸਾਨੂੰ ਕਿਹੜੀਆਂ ਕਾਲਮਸ ਨਜ਼ਰ ਆਏ ਆ? ਕੇਵਲ ਰੋਲ ਨੰਬਰ, ਸਟੂਡੈਂਟ ਨੇਮ ਤੇ ਏਜ। ਠੀਕ ਹੈ, ਨੈਕਸਟ ਜਿਹੜੀ ਹੁਣ ਮੇਨ ਇਸ ਦੇ ਵਿੱਚ ਹੁੰਦੀ ਹੈ ਉਹ ਹੁੰਦੀ ਹੈ ਵੇਅਰ ਕਲੌਜ਼। ਵੇਅਰ ਦੇ ਕੀ ਹੈ? ਵੇਅਰ ਦੇ ਨਾਲ ਆਪਾਂ ਇਸ 'ਚ ਕੰਡੀਸ਼ਨਸ ਲਗਾ ਸਕਦੇ ਹਾਂ। ਜਿਵੇਂ ਸਿਲੈਕਟ ਸਟਾਰ ਫਰੋਮ ਸਟੂਡੈਂਟ, ਜਿਹੜਾ ਸਿਲੈਕਟ ਸਟਾਰ ਫਰੋਮ ਟੇਬਲ ਨੇਮ, ਵੇਅਰ। ਵੇਅਰ ਤੋਂ ਬਾਅਦ ਲਗਾਣੀ ਅਸੀਂ ਕੰਡੀਸ਼ਨ। ਕੰਡੀਸ਼ਨ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਜਿਵੇਂ ਰੋਲ ਨੰਬਰ ਗ੍ਰੇਟਰ ਦੈਨ 105, ਰੋਲ ਨੰਬਰ ਗ੍ਰੇਟਰ ਦੈਨ 105। ਹੁਣ ਕਿਹੜੇ ਕਿਹੜੇ ਰੋਲ ਨੰਬਰ ਆਣਗੇ? ਜਿਨ੍ਹਾਂ ਦੇ ਰੋਲ ਨੰਬਰ 105 ਤੋਂ ਜ਼ਿਆਦਾ ਹੈ। ਕਲੀਅਰ ਹੈ। ਸਿਲੈਕਟ ਸਟਾਰ ਫਰੋਮ ਸਟੂਡੈਂਟ CSM ਵੇਅਰ ਰੋਲ ਨੰਬਰ ਗ੍ਰੇਟਰ ਦੈਨ 105। ਤੁਸੀਂ ਚੈਟ ਦੇ ਵਿੱਚ ਇੱਕ ਕੁਐਸਚਨ ਲਿਖ ਕੇ ਦੱਸੋ ਇਸ ਨੂੰ, ਕਿਊਰੀ ਨੂੰ। ਆਪਾਂ ਜਿਨ੍ਹਾਂ ਦੀ ਏਜ 24 ਹੈ ਜਾਂ 21 ਹੈ ਉਹ ਡਾਟਾ ਦੇਖਣਾ। ਕੀ ਲਿਖਾਂਗੇ ਆਪਾਂ? ਚੈਟ ਦੇ ਵਿੱਚ ਲਿਖੋ ਜਿਨ੍ਹਾਂ ਦੀ ਏਜ 21 ਹੈ। ਸਿਲੈਕਟ ਸਟਾਰ ਫਰੋਮ ਟੇਬਲ ਨੇਮ, ਵੇਅਰ ਕੀ ਆਊਗਾ? ਹਾਂਜੀ ਵੇਅਰ, ਚਾਹੇ ਇਕੱਲਾ ਵੇਅਰ ਤੋਂ ਬਾਅਦ ਵਾਲੀ ਲਾਈਨ ਹੀ ਲਿਖ ਦਿਓ। ਵੇਅਰ ਏਜ ਹਾਂਜੀ ਇਜ਼ ਇਕਲ ਟੂ 21। ਬਿਲਕੁਲ, ਯਾਦਵਿੰਦਰ ਧਾਲੀਵਾਲ, ਪ੍ਰਿयंका, ਤਾਨੀਆ, ਠੀਕ ਹੈ ਬਿਲकुल। ਵੇਅਰ ਏਜ ਇਜ਼ ਇਕਲ ਟੂ 21। ਰਨ ਕਰਾਂਗੇ, ਕਿਹਨਾਂ ਦਾ ਡਾਟਾ ਆਊਗਾ? ਜਿਨ੍ਹਾਂ ਦੀ ਏਜ 21। ਪਰ ਹੁਣ ਮੈਂ ਉਹਨਾਂ ਦਾ ਸਾਰਾ ਡਾਟਾ ਨਹੀਂ ਦੇਖਣਾ, ਇਕੱਲਾ ਨੇਮ ਦੇਖਣਾ, ਤਾਂ ਮੈਂ ਸਟਾਰ ਦੀ ਜਗ੍ਹਾ ਤੇ ਕੀ ਲਿਖ ਦੂੰਗਾ? ਐਸ ਨੇਮ। ਸਿਲੈਕਟ ਐਸ ਨੇਮ ਫਰੋਮ ਸਟੂਡੈਂਟ CSM ਵੇਅਰ ਏਜ ਇਜ਼ ਇਕਲ ਟੂ 21। ਕਲੀਅਰ ਹੈ। ਸਿਲੈਕਟਿਡ ਕਾਲਮ ਨੇਮ ਤੇ ਵੇਅਰ, ਜਿੱਥੇ ਆਪਣਾ ਵੇਅਰ ਜੁੜੇ। ਹੁਣ ਇਹ ਤਾਂ ਵੇਅਰ ਹੈ ਜਿੱਥੇ ਆਪਣਾ ਨੰਬਰ ਹੈ।
ਵੇਅਰ ਨੰਬਰ ਮਤਲਬ ਨੰਬਰ ਵਾਲਾ ਡਾਟਾ ਟਾਈਪ ਸੀ ਏਜ। ਜੇ ਆਪਾਂ ਸਿਟੀ ਲਿਖਣੀ ਹੈ, ਸਿਟੀ ਇਜ਼ ਇਕਲ ਟੂ, ਫਿਰ ਮੈਨੂੰ ਉਹਨੂੰ ਡਬਲ ਕੋਟਸ 'ਚ ਪਾਉਣਾ ਪੈਣਾ, ਸੌਰੀ ਸਿੰਗਲ ਕੋਟਸ 'ਚ ਪਾਉਣਾ ਪੈਣਾ। ਜਿਵੇਂ C++ 'ਚ ਆਪਾਂ ਡਬਲ ਕੋਟਸ 'ਚ ਸਟ੍ਰਿੰਗ ਰਿਪਰੈਜ਼ੈਂਟ ਕਰਦੇ ਸੀ, SQL 'ਚ ਆਪਾਂ ਸਿੰਗਲ ਕੋਡ ਕਰਾਂਗੇ। ਵੇਅਰ ਸਿਟੀ ਇਜ਼ ਇਕਲ ਟੂ ਡੇਲੀ, ਰਨ ਕਰਾਂਗੇ, ਆਊਟਪੁੱਟ ਕੀ ਆਊਗੀ, ਉਹ ਸਟੂਡੈਂਟਸ ਦਾ ਡਾਟਾ ਜਿੱਥੇ ਕੀ ਹੈ, ਜਿਨ੍ਹਾਂ ਦੀ ਸਿਟੀ ਕੀ ਹੈ, ਡੇਲੀ। ਕਲੀਅਰ ਹੈ ਨਾ। ਜਦੋਂ ਆਪਾਂ ਕਰੈਕਟਰ ਲਿਖਣਾ ਹੈ ਤਾਂ ਸਿੰਗਲ ਕੋਡ 'ਚ ਲਿਖਣਾ ਹੈ, ਜਦੋਂ ਆਪਾਂ ਇੰਟੀਜ਼ਰ ਲਿਖਣਾ ਹੈ ਉਦੋਂ ਆਪਾਂ ਵਿਦਆਊਟ ਕੋਡ ਲਿਖਣਾ ਹੈ। ਜੇ ਆਪਾਂ ਕੋਈ ਡੇਟ ਟਾਈਪ ਡਾਟਾ ਟਾਈਪ ਹੈ ਫਿਰ ਵੀ ਆਪਾਂ ਉਹਨੂੰ ਸਿੰਗਲ ਕੋਡ 'ਚ ਕਰਾਂਗੇ। ਜਿਵੇਂ ਆਪਣੇ ਕੋਲ ਵੇਅਰ ਆਪਾਂ ਇਹ ਵੀ ਲਿਖ ਸਕਦੇ ਹਾਂ, ਵੇਅਰ ਨੇਮ ਇਜ਼ ਇਕਲ ਟੂ ਰਾਮ। ਵੇਅਰ ਐਸ ਨੇਮ, ਵੇਅਰ ਐਸ ਨੇਮ ਇਜ਼ ਇਕਲ ਟੂ, ਕਲੀਅਰ ਹੈ ਨਾ। ਵੇਅਰ ਕਲਾਸ। ਹਾਂਜੀ, ਚੈਟ ਦੇ ਵਿੱਚ ਦੱਸੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ, ਯੈਸ ਕਿ ਨੋ। ਜੇ ਕਨਫਿਊਜ਼ਨ ਹੈ ਤਾਂ ਤੁਸੀਂ ਕੁਐਸਚਨ ਪੁੱਛ ਸਕਦੇ ਹੋ। ਹਾਂਜੀ, ਲਵਪ੍ਰੀਤ, ਤਾਨੀਆ, ਕਲੀਅਰ ਹੈ, ਕੋਈ ਕਨਫਿਊਜ਼ਨ ਤਾਂ ਨਹੀਂ। ਚਲੋ ਨੈਕਸਟ ਹੈ, ਇਸ ਦੇ ਵਿੱਚ ਆਪਾਂ ਲੌਜੀਕਲ ਆਪਰੇਟਰ ਲਗਾਉਂਦੇ ਹਾਂ। ਲੌਜੀਕਲ ਆਪਰੇਟਰ ਕੀ ਚੀਜ਼ ਹੈ? ਲੌਜੀਕਲ ਆਪਰੇਟਰ ਚਾਹੁੰਦੇ ਆ ਆਪਣੇ ਐਂਡ, ਔਰ ਤੇ ਨੋਟ। ਜਿਵੇਂ C++ 'ਚ ਹੈ ਉਸੇ ਤਰੀਕੇ ਇਸ 'ਚ ਵੀ ਕਿਹੜੇ ਆ, ਐਂਡ, ਔਰ ਤੇ ਨੋਟ। ਵਰਕ ਮੈਨੂੰ ਲੱਗਦਾ ਆਪਾਂ ਨੂੰ ਕਲੀਅਰ ਹੀ ਹੋਣਾ ਹੈ। ਜੇ ਮੈਂ ਸਿੰਪਲ ਲਿਖਾਂ ਵੇਅਰ ਰੋਲ ਨੰਬਰ ਗ੍ਰੇਟਰ ਦੈਨ 102 104, ਇਸ 'ਚ ਕੀ ਆਊਗਾ, ਵੇਅਰ ਰੋਲ ਨੰਬਰ ਗ੍ਰੇਟਰ ਦੈਨ। ਹੁਣ ਇਸ 'ਚ ਪ੍ਰੋਬਲਮ ਕੀ ਆਈ, ਆਪਾਂ ਇਹ ਲਾਈਨ ਲਿਖੀ ਹੋਈ ਹੈ, 2 ਲਾਈਨਾਂ ਨਾ, ਤਾਂ ਮੈਨੂੰ ਜੇ ਕਿਊਰੀ ਚਲਾਉਣੀ ਹੈ ਮੈਨੂੰ ਸਿਲੈਕਟ ਕਰਕੇ ਚਲਾਉਣੀ ਪੈਣੀ। ਠੀਕ ਹੈ, ਜਦੋਂ 2 ਲਾਈਨਾਂ ਆ ਗਈਆਂ ਤਾਂ ਜਦੋਂ ਇੱਕ ਲਾਈਨ ਜਿਹੜੀ ਸਿਲੈਕਟ ਕਰਾਂਗੇ ਉਹੀ ਰਨ ਕਰੋ। ਹੁਣ ਇਸ 'ਚ ਕਿਹਨਾਂ ਦਾ ਡਾਟਾ ਆਇਆ, ਜਿਨ੍ਹਾਂ ਦਾ ਰੋਲ ਨੰਬਰ ਕੀ ਹੈ 104 ਤੋਂ ਜ਼ਿਆਦਾ ਆ। ਪਰ ਮੈਂ ਕਹਿੰਦਾ ਵੀ ਮੈਨੂੰ ਉਹ ਡਾਟਾ ਚਾਹੀਦਾ ਜਿਨ੍ਹਾਂ ਦਾ ਰੋਲ ਨੰਬਰ 104 ਤੋਂ ਜ਼ਿਆਦਾ ਹੋਵੇ ਤੇ ਉਹਨਾਂ ਦੀ ਕਲਾਸ ਵੀ ਜਿਹੜੀ ਹੈ MSc ਹੋਵੇ। ਤਾਂ ਫਿਰ ਮੈਂ ਇੱਥੇ ਕੀ ਲਿਖੂੰਗਾ, ਐਂਡ ਕਲਾਸ ਇਜ਼ ਇਕਲ ਟੂ ਸਿੰਗਲ ਕੋਡ ਦੇ ਵਿੱਚ MSc। ਫਿਰ ਲਾਈਨ ਸਿਲੈਕਟ ਕਰੋ ਕਿਉਂਕਿ ਇੱਕ ਤੋਂ ਜ਼ਿਆਦਾ ਲਾਈਨਸ ਲਿਖੀਆਂ ਹੋਈਆਂ। ਰਨ ਕਰਾਂਗੇ, ਹੁਣ ਦੋਨੇ ਕਿਊਰੀਜ਼ ਦੇ ਅਕੋਰਡਿੰਗ ਆ ਰਹੀਆਂ। ਵੇਅਰ ਰੋਲ ਨੰਬਰ ਵੀ 104 ਤੋਂ ਜ਼ਿਆਦਾ ਹੈ ਤੇ ਕਲਾਸ ਕੀ ਹੈ, MSc ਹੈ। ਠੀਕ ਹੈ ਨਾ। ਐਵੇਂ ਇੱਕ ਐਂਡ ਹੋਰ ਵੀ ਲਗਾ ਸਕਦੇ ਹਾਂ ਅਗਰ ਆਪਣੀ ਕੰਡੀਸ਼ਨਸ ਜ਼ਿਆਦਾ ਲਗਾਉਣੀ ਹੈ। ਜੇ ਆਪਾਂ ਇਕੱਲਾ ਇੰਨਾ ਕੁ ਰਨ ਕਰਾਂਗੇ, ਵੇਅਰ ਕਲਾਸ ਇਜ਼ ਇਕਲ ਟੂ MSc, ਫਿਰ ਆਪਣੀ ਆਊਟਪੁੱਟ ਕੀ ਆਊਗੀ, MSc ਕਲਾਸ ਦੇ ਸਾਰੇ ਸਟੂਡੈਂਟ ਆ ਜਾਣਗੇ। ਕਲੀਅਰ ਹੈ ਨਾ। ਵੇਅਰ ਕਲਾਸ ਇਜ਼ ਇਕਲ ਟੂ MSc। ਦੈਨ ਇਸ ਦੇ ਵਿੱਚ ਸਿਮਿਲਰਲੀ ਔਰ ਜੇ ਆਪਾਂ ਨੂੰ 2 ਚਾਹੀਦੇ ਹੈ, ਵੇਅਰ ਕਲਾਸ ਇਜ਼ ਇਕਲ ਟੂ MCA, ਇਸ ਦੇ ਨਾਲ ਆਊਟਪੁੱਟ ਕੀ ਆਊਗੀ, MSc ਵਾਲੇ ਵੀ ਆ ਜਾਣਗੇ ਤੇ MCA ਵਾਲੇ ਵੀ। ਠੀਕ ਹੈ ਨਾ। ਔਰ ਆਪਰੇਟਰ ਮਤਲਬ ਜਾਂ ਉਹ ਕੰਡੀਸ਼ਨ ਟਰੂ ਹੋਵੇ ਜਾਂ ਹੁਣ ਦੈਨ ਹੈ ਨੋਟ, ਵੇਅਰ ਨੋਟ ਕਲਾਸ ਇਜ਼ ਇਕਲ ਟੂ MSc। ਸਿਲੈਕਟ ਸਟਾਰ ਫਰੋਮ ਸਟੂਡੈਂਟ ਟੇਬਲ ਜਿਹੜਾ ਹੈ ਆਪਣਾ, ਵੇਅਰ ਨੋਟ ਕਲਾਸ ਇਜ਼ ਇਕਲ ਟੂ MSc, ਮਤਲਬ ਜਿੱਥੇ ਕਲਾਸ MSc ਨਹੀਂ ਹੈ। ਹੁਣ MSc ਕਲਾਸ ਨਹੀਂ ਹੈ, ਦਿਸ ਮੀਨਸ ਜਾਂ ਤਾਂ ਉਹਨਾਂ ਦੀ ਕਲਾਸ ਕੀ ਹੋਵੇ BSc ਜਾਂ ਕੀ ਹੋਵੇ MCA। ਆਪਾਂ ਨੋਟ ਵੀ ਲਗਾ ਸਕਦੇ ਹਾਂ। ਠੀਕ ਹੈ ਨਾ। ਐਂਡ, ਔਰ ਤੇ ਨੋਟ। ਦੈਨ ਨੈਕਸਟ ਹੈ ਆਪਣੇ ਕੋਲ ਆਰਡਰ ਬਾਈ। ਆਰਡਰ ਬਾਈ 'ਚ ਕੀ ਹੁੰਦਾ, ਆਪਾਂ ਉਸਨੂੰ ਅਸੈਂਡਿੰਗ ਆਰਡਰ 'ਚ ਲਗਾਉਣਾ ਡਾਟਾ ਕਿ ਡਿਸੈਂਡਿੰਗ ਆਰਡਰ 'ਚ। ਜਿਵੇਂ ਆਪਾਂ ਲਿਖ ਰਹੇ ਹਾਂ ਇਹ ਸਿਲੈਕਟ ਸਟਾਰ ਫਰੋਮ ਟੇਬਲ ਕੀਤਾ ਆਪਾਂ। ਠੀਕ ਹੈ, ਮੇਰੀ ਰਿਕੁਆਇਰਮੈਂਟ ਹੈ ਉਹ ਏਜ ਦੇ ਅਕੋਰਡਿੰਗ ਆਣ, ਆਰਡਰ ਬਾਈ ਏਜ। ਦਿਸ ਮੀਨਸ ਪਹਿਲਾਂ 20 ਏਜ ਵਾਲੇ, ਫਿਰ 21, ਫਿਰ 22, ਫਿਰ 33। ਹਾਂਜੀ, ਕੋਈ ਕੁਐਸਚਨ ਹੋਵੇ ਇੱਥੇ ਤੱਕ ਕਿਸੇ ਨੂੰ ਚੈਟ 'ਚ ਪੁੱਛ ਸਕਦੇ ਤੁਸੀਂ।
जी कोई कन्फ्यूजन? जे ਆਪਾਂ ਇਹ ਤਾਂ ਹੋ ਗਿਆ ਜਿਹੜੇ ਏਜ ਹੈ ਇਹ ਕਿਹੜੀ ਅਸੈਂਡਿੰਗ ਆਰਡਰ ਆ ਰਹੀ ਹੈ ਕਿ ਡਿਸੈਂਡਿੰਗ ਆਰਡਰ? ਹਾਂਜੀ ਅਸੈਂਡਿੰਗ ਹੈ ਕਿ ਡਿਸੈਂਡਿੰਗ? ਅਸੈਂਡਿੰਗ ਆਰਡਰ, ਠੀਕ ਹੈ। ਅਸੈਂਡਿੰਗ ਆਰਡਰ ਮਤਲਬ ਵਾਧੇ ਕਰਮ ਹੈ ਨਾ। ਜੇ ਡਿਸੈਂਡਿੰਗ ਆਰਡਰ 'ਚ ਲਿਖਣਾ ਫਿਰ ਕੀ? ਇਹ ਕੁਐਸਚਨ ਤਾਂ ਤੁਸੀਂ ਪੁੱਛਿਆ ਨਹੀਂ ਤਾਂ ਮਤਲਬ ਤੁਹਾਨੂੰ ਪਤਾ ਆ। ਦੱਸੋ ਤਾਂ ਕੀ ਲਿਖਾਂਗੇ? ਜੇ ਸਭ ਤੋਂ ਜ਼ਿਆਦਾ ਉਮਰ ਵਾਲੀ ਪਹਿਲਾਂ ਆਵੇ, ਫਿਰ ਉਸ ਤੋਂ ਘੱਟ ਵਾਲੇ ਆਉਣ, ਫਿਰ ਉਸ ਤੋਂ ਘੱਟ ਵਾਲੇ, ਫਿਰ ਉਸ ਤੋਂ ਘੱਟ ਵਾਲੇ। ਵੇਅਰ ਏਜ ਬਾਏ ਆਰਡਰ ਬਾਏ ਏਜ DESC। DESC ਕੀਵਰਡ ਕਿਸ ਲਈ ਹੈ? ਡਿਸੈਂਡਿੰਗ ਦੇ ਲਈ। ਜਿੱਥੇ ਆਰਡਰ ਕੀ ਆ ਉਹਦੇ ਕੀ ਆਵੇ, ਏਜ ਕੀ ਆਵੇ, ਡਿਸੈਂਡਿੰਗ ਆਰਡਰ 'ਚ ਆਵੇ, ਠੀਕ ਹੈ ਨਾ। ਅਸੈਂਡਿੰਗ ਆਰਡਰ ਤਾਂ ਸਿੰਪਲ ਹੀ ਆ ਰਿਹਾ, ਲਿਖਣ ਦੀ ਜ਼ਰੂਰਤ ਨਹੀਂ। ਜਦੋਂ ਆਪਾਂ ਉਹਨੂੰ ਡਿਕਰੀਜ਼ਿੰਗ ਆਰਡਰ 'ਚ ਲਿਖਣਾ ਫਿਰ ਆਪਾਂ ਕੀ ਲਿਖਾਂਗੇ? DESC। DESC ਮਤਲਬ ਉਸਦਾ ਕਿਹੜਾ ਆਪਾਂ ਆਰਡਰ ਕਰਨਾ? ਡਿਸੈਂਡਿੰਗ ਆਰਡਰ ਕਰਨਾ। ਦੈਨ ਆਪਣੇ ਕੋਲ ਹੈ ਨਲ। ਨਲ ਵੈਲਿਊ। ਨਲ ਵੈਲਿਊ ਮਤਲਬ ਹੁੰਦਾ ਖਾਲੀ ਵੈਲਿਊ, ਮਤਲਬ ਕੋਈ ਵੀ ਵੈਲਿਊ ਨਹੀਂ, ਠੀਕ ਹੈ ਨਾ। ਲਾਈਕ ਆਪਾਂ ਦੇਖਿਆ ਸਿਲੈਕਟ ਸਟਾਰ ਫਰੋਮ ਸਟੂਡੈਂਟ ਟੇਬਲ ਜਦੋਂ ਆਪਾਂ ਰਨ ਕੀਤਾ ਹੈ, ਕੁਝ ਕਾਲਮ ਐਸੇ ਆ ਜਿਵੇਂ ਸਿਟੀ 'ਚ ਨਲ ਹੈ, ਫਾਦਰ ਨੇਮ 'ਚ ਕੁਛ ਨਲ ਪਿਆ। ਨਲ ਵੈਲਿਊ ਤੇ ਸਪੇਸ ਦੇ ਵਿੱਚ ਫਰਕ ਹੈ। ਨਲ ਵੈਲਿਊ ਤੇ ਜ਼ੀਰੋ ਦੇ ਵਿੱਚ ਵੀ ਫਰਕ ਹੈ। ਜ਼ੀਰੋ ਇੱਕ ਵੈਲਿਊ ਹੁੰਦੀ ਹੈ, ਸਿਮਿਲਰਲੀ ਸਪੇਸ ਵੀ ਇੱਕ ਕਰੈਕਟਰ ਹੈ। ਆਪਾਂ ਸਪੇਸ ਨੂੰ ਨਲ ਨਹੀਂ ਸਮਝਣਾ। ਨਲ ਮਤਲਬ ਜਿੱਥੇ ਅਸੀਂ ਵੈਲਿਊ ਨਹੀਂ ਪਾਈ ਫਿਲਹਾਲ, ਠੀਕ ਹੈ ਨਾ। ਜਿਵੇਂ ਹੁਣ ਆਪਾਂ ਲਿਖਤਾ ਹੈ ਵੇਅਰ ਮਾਰਕਸ ਇਜ਼ ਇਕੁਅਲ ਟੂ 0, ਇਹਦਾ ਮਤਲਬ ਸਟੂਡੈਂਟ ਦੇ 0 ਨੰਬਰ ਆਏ ਆ। ਜੇ ਹੈਗਾ ਮਾਰਕਸ ਆਪਾਂ ਨਲ ਪਾਏ ਆ, ਇਹਦਾ ਮਤਲਬ ਆਪਾਂ ਉਹਦੀ ਵੈਲਿਊ ਹਲੇ ਭਰੀ ਨਹੀਂ। ਹੋ ਸਕਦਾ 0 ਹੋਵੇ, ਹੋ ਸਕਦਾ 15 ਮਾਰਕਸ। ਨਲ ਮਤਲਬ ਹਲੇ ਵੈਲਿਊ ਨਹੀਂ ਭਰੀ ਗਈ, ਠੀਕ ਹੈ। ਸਿਲੈਕਟ ਸਟਾਰ ਫਰੋਮ ਸਟੂਡੈਂਟ ਟੇਬਲ ਵੇਅਰ F name is null। F name ਕੀ ਲਿਖਿਆ ਹੋਇਆ ਆਪਾਂ? ਫਾਦਰ ਨੇਮ। ਡਾਟਾ ਕਿਹੜਾ ਨਜ਼ਰ ਆਊਗਾ? ਜਿੱਥੇ ਫਾਦਰ ਨੇਮ ਕੀ ਹੈ? ਨਲ। ਵੇਅਰ ਸਿਟੀ ਇਜ਼ ਇਕੁਅਲ ਟੂ ਨਲ। ਇਜ਼ ਇਕੁਅਲ ਟੂ ਦੀ ਜਗ੍ਹਾ ਆਪਾਂ ਇਜ਼ ਲਗਾਉਂਦੇ ਹਾਂ, ਠੀਕ ਹੈ ਨਾ। ਹੁਣ ਸਿਟੀ ਕੀ ਹੈ? ਇੱਥੇ ਨਲ ਹੈ। ਇਹ ਸਟੂਡੈਂਟਸ ਦੀ ਸਿਟੀ ਆਪਾਂ ਕੀ ਬਲੈਂਕ ਛੱਡੀ ਹੋਈ। ਸਿਮਿਲਰਲੀ ਆਪਣੇ ਕੋਲ ਹੈਗਾ ਸਿਟੀ ਇਜ਼ ਨੋਟ ਨਲ। ਇਹ ਤੁਸੀਂ ਸਮਾਲ ਲੈਟਰ 'ਚ ਵੀ ਲਿਖ ਸਕਦੇ ਆ, ਠੀਕ ਹੈ ਨਾ। ਜਿੱਥੇ ਸਿਟੀ ਕੀ ਹੈ? ਨੋਟ ਨਲ ਹੈ। ਮੀਨਸ ਜਿਹੜੀਆਂ ਨਲ ਵਾਲੀਆਂ ਉਹ ਸਕਿਪ ਹੋ ਗਈਆਂ, ਪਲੱਸ ਜਿਹੜੀਆਂ ਵੈਲਿਊਜ਼ ਹੈਗੀਆਂ ਉਹ ਆ ਗਈਆਂ ਤੇ ਨਲ ਵਾਲੀਆਂ ਆਪਾਂ ਉਸ 'ਚ ਲੀਵ ਕਰਤੀਆਂ, ਠੀਕ ਹੈ ਨਾ। ਇਜ਼ ਨਲ ਤੇ ਇਜ਼ ਨੋਟ ਨਲ, ਇਹ ਬੇਸਿਕ ਹੈ। ਦੈਨ ਦੋ ਹੋਰ ਕਮਾਂਡਸ ਹੈ ਜਾਂ ਦੋ ਹੋਰ ਆਪਾਂ ਕੰਡੀਸ਼ਨਸ ਲਗਾ ਸਕਦੇ ਹਾਂ ਵੇਅਰ ਦੇ ਨਾਲ। ਇੱਕ ਹੈ ਇਨ ਤੇ ਇੱਕ ਹੈ ਬਿਟਵੀਨ। ਇਨ ਵੇਅਰ ਰੋਲ ਨੰਬਰ ਇਨ ਬੇਸਿਕਲੀ ਹੁੰਦਾ ਰੇਂਜ ਦੇ ਲਈ। ਰੇਂਜ ਨਹੀਂ, ਸੌਰੀ, ਆਪਾਂ ਕਹਿ ਸਕਦੇ ਸਿਲੈਕਸ਼ਨ। ਲਾਈਕ ਸਪੋਜ਼ ਮੈਂ 103 ਰੋਲ ਨੰਬਰ, 106 ਤੇ 109 ਦਾ ਡਾਟਾ ਹੀ ਦੇਖਣਾ, ਜਾਂ ਇਹ 4 ਸਟੂਡੈਂਟ ਦਾ ਡਾਟਾ ਹੀ ਦੇਖਣਾ, ਤਾਂ ਉੱਥੇ ਇਨ ਲਗਾਵਾਂਗੇ ਕਿਉਂਕਿ ਇੱਥੇ ਫਿਕਸ ਕੋਈ ਪੈਟਰਨ ਨਹੀਂ ਬਣ ਰਿਹਾ। ਮੈਂ ਇਹ ਨਹੀਂ ਲਿਖ ਸਕਦਾ 103 ਤੋਂ ਜ਼ਿਆਦਾ ਹੋਵੇ ਤੇ 110 ਤੋਂ ਘੱਟ ਹੋਣ। ਆਪਾਂ ਨੂੰ ਕੋਈ ਸਿਲੈਕਸ਼ਨ ਚਾਹੀਦਾ ਤਾਂ ਮੈਂ ਇਨ ਲਗਾਊਂਗਾ। ਇਨ ਮਤਲਬ ਇਹਨਾਂ 4 ਸਟੂਡੈਂਟਸ ਦਾ ਡਾਟਾ ਹੀ ਚਾਹੀਦਾ। ਆਪਾਂ ਇਹਨੂੰ ਰਨ ਕਰਦੇ ਹਾਂ, ਠੀਕ ਹੈ। ਕੇਵਲ ਇਹੀ 4 ਸਟੂਡੈਂਟਸ ਦਾ ਡਾਟਾ ਆਊਗਾ, 3, 6, 9 ਤੇ 10। ਜੇ ਮੈਂ ਇੱਥੇ 111 ਲਿਖਤਾ, 111 ਤਾਂ ਹੈ ਨਹੀਂ ਆਪਣੇ ਕੋਲ, ਦਿਸ ਮੀਨਸ ਉਹ ਕੇਵਲ ਉਸਨੂੰ ਇਗਨੋਰ ਕਰ ਦੂਗਾ 111 ਨੂੰ। ਇਹ ਨਹੀਂ ਕਹੂਗਾ ਵੀ 111 ਹੈ ਨਹੀਂ, ਕੋਈ ਐਰਰ ਨਹੀਂ ਆਊਗਾ। ਮਤਲਬ ਇਹ ਉਹਨੂੰ ਕੁਝ ਰੋਲ ਨੰਬਰ ਦੱਸੇ ਸੀ, ਜਿਹੜੇ ਉਹਨੂੰ ਉਸ 'ਚੋਂ ਰੋਲ ਨੰਬਰ ਮਿਲੇ ਹੈ ਉਹਨੇ ਕੇਵਲ ਉਹੀ ਡਾਟਾ ਦਿਖਾ ਦੇਣਾ। ਕਲੀਅਰ ਹੈ ਨਾ। ਇਹ ਇਨ ਦਾ ਮਤਲਬ ਕੀ ਹੈ? ਵੀ ਕੇਵਲ ਕਿਹੜੇ ਰੋਲ ਨੰਬਰ ਨਜ਼ਰ ਆ ਰਹੇ ਹੈ ਜਿਹੜੇ ਇਨ ਦੇ ਵਿੱਚ ਲਗਾਏ ਹੋਏ ਆਪਾਂ। ਜੇ ਆਪਾਂ ਇਹ ਨਹੀਂ ਲਿਖਿਆ ਸੀ ਫਿਰ ਆਪਾਂ ਦੇਖੀਏ ਕੀ ਆਊਟਪੁੱਟ ਆ ਰਹੀ ਸੀ ਆਪਣੀ। ਸਾਰਾ ਡਾਟਾ ਆ ਰਿਹਾ 1 ਤੋਂ ਲੈ ਕੇ 10 ਤੱਕ ਰੋਲ ਨੰਬਰ ਹੈ। ਦੈਨ ਵੇਅਰ ਰੋਲ ਨੰਬਰ ਇਨ 3, 6, 9 ਤੇ 10। ਦਿਸ ਮੀਨਸ ਆਪਣੇ ਕੋਲ ਕੇਵਲ ਇਹੀ ਰੋਲ ਨੰਬਰ ਆਉਣਗੇ, ਠੀਕ ਹੈ, ਜਦੋਂ ਆਪਾਂ ਕੋਈ ਪਾਰਟਿਕੂਲਰ ਸਪੈਸੀਫਿਕ ਰੋਲ ਨੰਬਰ ਦੇਖੇ। ਸਿਮਿਲਰਲੀ ਇਨ ਦੇ ਜੈਸਾ ਹੀ ਹੈ ਇੱਕ ਬਿਟਵੀਨ। ਬਿਟਵੀਨ ਹੈ ਰੇਂਜ ਦੇ ਲਈ 104 ਐਂਡ 107। 104 ਤੇ 107 ਦੇ ਵਿੱਚ
ਜਿਹੜੇ ਜਿਹੜੇ ਰੋਲ ਨੰਬਰ ਹੈ ਉਹ ਸਾਰੇ ਆਣ, ਇਸ 'ਚ 4 ਵੀ ਇਨਕਲੂਡ ਹੋਊਗਾ ਤੇ 7 ਵੀ ਇਨਕਲੂਡ ਹੋਊਗਾ, ਮਤਲਬ 104 105 106 107 ਇੰਨੇ ਆਣਗੇ ਇਸ ਦੇ ਵਿੱਚ, ਠੀਕ ਹੈ ਨਾ। ਸਿਲੈਕਟ ਸਟਾਰ ਫਰੋਮ ਟੇਬਲ ਨੇਮ ਵੇਅਰ ਰੋਲ ਨੰਬਰ ਬਿਟਵੀਨ 104 ਐਂਡ 107। ਹਾਂਜੀ, ਇੱਥੇ ਤੱਕ ਕੋਈ ਪ੍ਰੋਬਲਮ ਹੋਵੇ? ਹਾਂਜੀ ਸਰ ਆਰਡਰ ਬਾਏ ਅਗਰ ਅਲਫਾਬੈਟ ਨਾ ਕਰਨਾ ਹੋਵੇ, ਉਹ ਸਿਮਿਲਰਲੀ ਆਪਾਂ ਕਰ ਸਕਦੇ ਹਾਂ, ਵੇਅਰ ਸਿਲੈਕਟ ਸਟਾਰ ਫਰੋਮ ਦਿਸ ਟੇਬਲ ਨੇਮ ਆਰਡਰ ਬਾਏ ਆਪਣਾ ਐਸ ਨੇਮ, ਆਰਡਰ ਬਾਏ ਐਸ ਨੇਮ, ਉਹਨੂੰ ਉਹ ਐਲਫਾਬੈਟਿਕਲੀ ਚਲਾ ਦੂਗਾ ਉਸਨੂੰ, ਠੀਕ ਹੈ। ਗੀਤਾ, ਰਾਜ, ਰਾਮ, ਠੀਕ ਹੈ। ਸੋਨਲ, ਕਲੀਅਰ ਹੈ ਨਾ। ਆਰਡਰ ਬਾਏ ਜਦੋਂ ਆਪਾਂ ਨੇਮ ਕਰਦੇ। ਦੈਨ ਇੱਕ ਇਸ ਦੇ ਵਿੱਚ ਹੈ ਸਿਲੈਕਟ ਡਿਸਟਿੰਕਟ। ਡਿਸਟਿੰਕਟ ਹੁੰਦਾ ਜਿਹੜੀਆਂ ਸਿਲੈਕਟਡ, ਮਤਲਬ ਕਿ ਜਿਹੜੀ ਜੇ ਰਿਪੀਟ ਹੋ ਰਹੀ ਹੈ ਉਹ 2 ਵਾਰ ਨਹੀਂ ਆਊਗੀ। ਜਿਵੇਂ ਸਿਲੈਕਟ ਸਟਾਰ ਫਰੋਮ ਆਪਣਾ ਟੇਬਲ ਨੇਮ ਕੀ ਸੀ, ਇੱਕ ਵਾਰ ਚੈੱਕ ਕਰ ਲਈਏ, ਸਟੂਡੈਂਟ CSM, ਲਾਈਕ ਮੈਂ ਇਕੱਲਾ ਇੰਨਾ ਲਿਖਦਾ ਸਿਲੈਕਟ, ਮੈਨੂੰ ਸਾਰੀਆਂ ਮੈਂ ਇਹ ਦੇਖਣਾ ਵੀ ਕਿਹੜੇ ਕਿਹੜੇ ਸਿਟੀ ਦੇ ਸਟੂਡੈਂਟ ਹੈ ਮੇਰੇ ਕੋਲ, ਠੀਕ ਹੈ। ਗੋਆ, ਪੂਨਾ, ਦਿੱਲੀ, ਪੈਰਿਸ, ਪੂਨਾ, ਦਿੱਲੀ, ਠੀਕ ਹੈ ਨਾ। ਹੁਣ ਜੇ ਹੁਣ ਇੱਕ ਤੋਂ ਜ਼ਿਆਦਾ ਸਿਟੀ ਦੇ ਆ, ਜਾਂ ਆਪਾਂ ਲਿਖਿਆ ਸਿਲੈਕਟ ਕਲਾਸ, ਸਿਲੈਕਟ ਕਲਾਸ ਫਰੋਮ ਸਟੂਡੈਂਟ BSc BSc MSc, ਮੈਂ ਇਕੱਲੀਆਂ ਕਲਾਸਿਸ ਦੇਖਣੀਆਂ ਤਾਂ ਮੈਂ ਤੇ ਡਿਸਟਿੰਕਟ ਲਗਾ ਸਕਦਾ। ਇਸ ਨਾਲ ਕੀ ਹੋਊਗਾ, ਇਕੱਲੀਆਂ ਜਿਹੜੀਆਂ ਅਲੱਗ-ਅਲੱਗ ਕਲਾਸ ਹੈ ਉਹ ਇੱਕ ਵਾਰ ਹੀ ਆਊਗੀ। ਮਤਲਬ ਕਿੰਨੀਆਂ ਕਲਾਸਾਂ ਆ, BSc ਹੈ ਇੱਕ MSc ਹੈ, ਇੱਕ MC ਹੈ। ਡਿਸਟਿੰਕਟ ਮਤਲਬ ਜਿਹੜੀਆਂ ਡਿਫਰੈਂਟ ਕਲਾਸਿਸ ਹੈ, ਡਿਸਟਿੰਕਟ, ਠੀਕ ਹੈ। ਆਈ ਥਿੰਕ ਇਹ ਟੌਪਿਕ ਕਲੀਅਰ ਹੋਣਾ ਹੈ। ਮੈਂ ਕੁਐਸਚਨ ਪੁੱਛ ਰਿਹਾ, ਤੁਸੀਂ ਚੈਟ ਦੇ ਵਿੱਚ ਲਿਖੀ ਜਾਈਓ। ਸਿਲੈਕਟ ਸਟਾਰ ਫਰੋਮ ਸਟੂਡੈਂਟ ਟੇਬਲ ਇੰਨਾ ਛੱਡ ਦਿਓ, ਇਕੱਲਾ ਵੇਅਰ ਤੋਂ ਸਟਾਰਟ ਕਰਨਾ ਹੈ, ਠੀਕ ਹੈ ਨਾ। ਕੇਵਲ ਉਹ ਡਾਟਾ ਚਾਹੀਦਾ ਮੈਨੂੰ ਜਿਹੜੇ ਪੂਨੇ ਵਿੱਚ ਰਹਿੰਦੇ ਆ ਸਟੂਡੈਂਟ। ਕੀ ਲਿਖਾਂਗੇ, ਚੈਟ ਦੇ ਵਿੱਚ ਲਿਖੀ ਜਾਓ। ਜੋ ਸਟੂਡੈਂਟ ਪੂਨੇ ਵਿੱਚ ਰਹਿ ਰਹੇ ਹੈ, ਕੇਵਲ ਉਹਨਾਂ ਦਾ ਡੇਟਾ ਚਾਹੀਦਾ ਹੈ। ਹਾਂਜੀ, 2 ਆਨਸਰ ਆਏ ਹੈ। Where city is where city is ਇਹ ਕਰਕੇ ਦੇਖ ਲੈਂਦੇ ਆ ਪਹਿਲਾਂ ਤਾਂ, ਠੀਕ ਹੈ। is ਨਹੀਂ ਲੱਗੂਗਾ ਇਸ ਦੇ ਵਿੱਚ, ਉਹ ਕੇਵਲ ਨਲ ਦੇ ਨਾਲ ਲਗਾਉਂਦੇ ਆਪਾਂ। ਇੱਥੇ ਕੀ ਲਗਾਵਾਂਗੇ, where city is equal to ਪੂਨਾ, ਕਲੀਅਰ ਹੈ। ਜਿੱਥੇ ਸਿਟੀ ਇਜ਼ ਇਕੁਅਲ ਟੂ ਪੂਨਾ। ਦੈਨ ਮੈਨੂੰ ਇਨਫੋਰਮੇਸ਼ਨ ਚਾਹੀਦੀ ਹੈ ਜੋ ਜਿਨ੍ਹਾਂ ਦੀ ਏਜ 20 ਤੋਂ ਜ਼ਿਆਦਾ ਹੈ ਤੇ MSc ਦੇ ਵਿੱਚ ਪੜ੍ਹਦੇ ਆ, ਜਿਨ੍ਹਾਂ ਦੀ ਏਜ 20 ਤੋਂ ਜ਼ਿਆਦਾ ਹੈ ਤੇ ਜਿਹੜੇ MSc 'ਚ ਪੜ੍ਹ ਰਹੇ ਆ। Where age greater than 20 and class is equal to MSc, बिल्कुल सही है, ठीक है ना। Where age greater than 20 and class is equal to MSc. Then जिन्हों का रोल नंबर 3, 7, 9 ਜਾਂ 1 है, जिन्हों का रोल नंबर 3, 7, 9 ਜਾਂ 1 है, मतलब 103 ਹੋਵੇ ਜਾਂ 107 ਹੋਵੇ ਜਾਂ 9 ਹੋਵੇ ਜਾਂ 1 101 है ना, 103 107 109
ਠੀਕ ਹੈ। ਇਸ ਨੂੰ ਲਿਖਣ ਦਾ ਕੋਈ ਹੋਰ ਤਰੀਕਾ ਵੀ ਹੋ ਸਕਦਾ ਹੈ? ਮੈਂ ਇਨ ਦੀ ਜਗ੍ਹਾ ਹੋਰ ਕੀ ਲਿਖਾਂ ਵੀ ਇਹ ਚੱਲ ਪਏ? ਇਸ ਦੇ ਨਾਲ ਆਊਟਪੁੱਟ ਕੀ ਆ ਰਹੀ ਹੈ ਆਪਣੀ? ਇਹਨਾਂ ਨੂੰ ਲਿਖਣ ਦਾ ਦੂਸਰਾ ਵੇ ਕੀ ਹੈ, ਜਿਵੇਂ ਤੁਸੀਂ ਦੱਸਿਆ roll number is equal to 103 ਔਰ roll number is equal to 107 ਔਰ roll number is equal to ਜੋ ਵੀ ਹੈ। ਠੀਕ ਹੈ। ਹਾਂਜੀ, ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਚੈਟ ਦੇ ਵਿੱਚ ਪੁੱਛ ਸਕਦੇ ਹੋ ਇੱਕ ਵਾਰ, ਆਪਣੇ ਆਪ ਨੂੰ ਅਨਮਿਊਟ ਕਰਕੇ ਜਾਂ ਚੈਟ ਦੇ ਵਿੱਚ। ਹਾਂਜੀ, ਕੁਐਸਚਨ ਕਲੀਅਰ ਹੈ ਜੀ। ਚਲੋ ਠੀਕ ਹੈ ਜੀ, ਅੱਜ ਆਪਾਂ ਇੰਨਾ ਹੀ ਕਰਦੇ ਹਾਂ। ਇਸ ਦੀ ਪ੍ਰੈਕਟਿਸ ਤੁਸੀਂ ਕਰਿਓ। ਠੀਕ ਹੈ, ਓਕੇ ਜੀ।